ਸਤਿ ਸ਼੍ਰੀ ਅਕਾਲ ਦੋਸਤੋ। ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ, ਐਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ। ਤੁਹਾਡੇ ਮੇਨਸ ਵਿੱਚ ਨਾ UPSC ਮੇਨਸ ਵਿੱਚ ਪੇਪਰ ਜਿਹੜਾ ਤੁਹਾਡਾ GS3 ਆ, ਉਹਦੇ ਵਿੱਚ ਇਹ ਟੌਪਿਕ ਡਾਇਰੈਕਟ ਮੈਂਸ਼ਨ ਆ। ਆਈ ਥਿੰਕ ਯੈਸ, ਪੇਪਰ 3 ਵਿੱਚ ਮੈਂਸ਼ਨ ਆ ਡਾਇਰੈਕਟ, ਐਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ। ਪ੍ਰੀ ਵਿੱਚ ਵੀ ਪੁੱਛਿਆ ਜਾ ਸਕਦਾ ਜੀ। ਆ ਦੇਖੋ, ਐਨਵਾਇਰਨਮੈਂਟ ਉੱਤੇ ਕੀ ਪ੍ਰਭਾਵ ਆ। ਇੰਪੈਕਟ ਮਤਲਬ ਪ੍ਰਭਾਵ। ਕੋਈ ਵੀ ਤੁਸੀਂ ਪ੍ਰੋਜੈਕਟ ਲਾਉਣ ਜਾ ਰਹੇ ਆ, ਉਹ ਥਰਮਲ ਪਾਵਰ ਪਲਾਂਟ ਹੋ ਸਕਦਾ, ਨਿਊਕਲੀਅਰ ਪਾਵਰ ਪਲਾਂਟ ਹੋ ਸਕਦਾ, ਕੋਈ ਬੰਨ ਬਣਾਉਣ ਲੱਗੇ ਆ, ਤੇ ਉਹਦਾ ਇੰਪੈਕਟ ਐਨਵਾਇਰਨਮੈਂਟ ਤੇ ਕੀ ਹੋਏਗਾ, ਇਸ ਦੀ ਅਸੈਸਮੈਂਟ ਕਰਨੀ। ਅਸੈਸਮੈਂਟ ਭਾਵ ਮੁਲਾਂਕਣ ਕਰਨਾ ਵੀ ਕਿੰਨਾ ਕੁ ਇੰਪੈਕਟ ਹੋ ਸਕਦਾ। ਫਿਰ ਉਸ ਹਿਸਾਬ ਨਾਲ ਦੇਖਣਾ ਵੀ ਭਾਈ ਵੀ ਇਹ ਪ੍ਰੋਜੈਕਟ ਦਾ ਇੰਪੈਕਟ ਜੇ ਐਨਵਾਇਰਨਮੈਂਟ ਤੇ ਜ਼ਿਆਦਾ ਆ ਤਾਂ ਆਪਾਂ ਇਹਨੂੰ ਨਾ ਲੈ ਕੇ ਚੱਲੀਏ, ਇਹਨੂੰ ਪ੍ਰੋਸੀਡ ਨਾ ਕਰੀਏ, ਇਹ ਪ੍ਰੋਜੈਕਟ ਨੂੰ ਨਾ ਬਣਾਈਏ। ਇਹਦੇ ਆਪਣੇ ਸਟੈਪ ਆ ਜੀ, ਉਹ ਸਟੈਪ ਇੰਪੋਰਟੈਂਟ ਆ। ਘੱਟੋ ਘੱਟ ਤੁਹਾਨੂੰ ਹੈਡਿੰਗ ਯਾਦ ਹੋਣੇ ਚਾਹੀਦੇ ਆ, ਹੈਡਿੰਗ ਯਾਦ ਹੋਣੇ ਚਾਹੀਦੇ ਆ। ਦੇਖਦੇ ਹਾਂ ਜੀ, ਸਮਝਦੇ ਹਾਂ। ਐਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ, ਵਾਤਾਵਰਣ ਪ੍ਰਭਾਵ ਮੁਲਾਂਕਣ, EIA। ਵਾਤਾਵਰਣ ਪ੍ਰਭਾਵ ਮੁਲਾਂਕਣ ਇੱਕ ਯੋਜਨਾਬੱਧ ਪ੍ਰੋਪਰ ਪ੍ਰੋਸੀਜਰ ਪ੍ਰਕਿਰਿਆ ਹੈ। ਯੋਜਨਾਬੱਧ ਪਲੈਨਿੰਗ, ਪ੍ਰੋਪਰ ਪਲੈਨਿੰਗ ਨਾਲ ਇੱਕ ਪ੍ਰੋਸੀਜਰ ਆ ਜੀ, ਜੋ ਪ੍ਰਸਤਾਵਿਤ ਪ੍ਰੋਜੈਕਟ, ਪ੍ਰਪੋਜ਼ਡ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੇ ਸੰਭਾਵੀ ਪ੍ਰੋਬੇਬਲ ਵਾਤਾਵਰਣ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਵਰਤੀ ਜਾਂਦੀ ਹੈ। ਇਹ ਨਿਰਧਾਰਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਕੀ ਕੋਈ ਪ੍ਰੋਜੈਕਟ ਵਾਤਾਵਰਣ ਲਈ ਸਹੀ ਹੈ ਅਤੇ ਸਮਾਜਿਕ ਅਤੇ ਆਰਥਿਕ ਲਾਭਾਂ ਨੂੰ ਸੰਤੁਲਿਤ ਕਰਦੇ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਿਵੇਂ ਕਰਨਾ ਹੈ। ਦੇਖੋ ਜੀ, ਕਿਸੇ ਪ੍ਰੋਜੈਕਟ ਦੇ ਆਪਣੇ ਸੋਸ਼ਲ ਤੇ ਇਕਨੋਮਿਕ ਬੈਨੀਫਿਟਸ ਹੁੰਦੇ ਆ, ਕਹਿੰਦੇ, ਪਰ ਇਹ ਜਿਹੜੇ ਬੈਨੀਫਿਟਸ ਆ ਕਿਤੇ ਇੰਨੇ ਨਾ ਹੋ ਜਾਣ ਕਿ ਐਨਵਾਇਰਨਮੈਂਟ ਨੂੰ ਹੀ ਨੁਕਸਾਨ ਪਹੁੰਚਾ ਦੇਣ। ਇਸ ਕਰਕੇ ਇਹ ਬੈਨੀਫਿਟ ਵੀ ਦੇਖਣੇ ਆ ਤੇ ਨਾਲ ਦੀ ਨਾਲ ਵਾਤਾਵਰਣ ਤੇ ਹੋਣ ਵਾਲੇ ਨੁਕਸਾਨ ਨੂੰ ਵੀ ਘੱਟ ਕਰਨਾ ਜੀ। ਇਹ ਵੀ ਦੇਖਣਾ ਕਿਵੇਂ ਘੱਟ ਕੀਤਾ ਜਾ ਸਕਦਾ। ਓਕੇ, ਉਪਰੋਕਤ ਮੁੱਦਿਆਂ ਬਾਰੇ ਫੈਸਲਾ ਲੈਣ ਵਾਲਿਆਂ ਦਾ EIA ਮਾਰਗਦਰਸ਼ਨ ਕਰਦਾ ਹੈ। ਜਦੋਂ ਇੱਕ ਰਿਪੋਰਟ ਬਣੇਗੀ ਇੰਪੈਕਟ ਅਸੈਸਮੈਂਟ ਦੀ, ਤਾਂ ਉਸ ਹਿਸਾਬ ਨਾਲ ਫਿਰ ਡਿਸੀਜ਼ਨ ਲਏ ਜਾਂਦੇ ਆ ਵੀ ਆਪਾਂ ਇਸ ਪ੍ਰੋਜੈਕਟ ਨੂੰ ਲੈ ਕੇ ਚੱਲਣਾ ਆ ਕਿ ਨਹੀਂ। ਅੱਗੇ ਹੈ ਜੀ, ਇਸ EIA ਪ੍ਰਕਿਰਿਆ ਦੇ ਮੁੱਖ ਕਦਮ, ਮੇਨ ਸਟੈਪ ਕੀ ਆ। ਸਭ ਤੋਂ ਪਹਿਲਾਂ ਹੁੰਦਾ ਜੀ ਸਕਰੀਨਿੰਗ। ਇਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਕਿਸੇ ਪ੍ਰੋਜੈਕਟ ਲਈ EIA ਦੀ ਰਿਪੋਰਟ ਹੈ ਜਾਂ ਦੀ ਲੋੜ ਹੈ ਜਾਂ ਨਹੀਂ। ਇਹ ਨਿਰਧਾਰਿਤ ਕਰਦਾ ਹੈ ਕਿ ਕੀ ਕਿਸੇ ਪ੍ਰੋਜੈਕਟ ਲਈ EIA ਇਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਦੀ ਲੋੜ ਹੈ। ਇੱਥੇ ਇਹ ਵੀ ਦੇਖਿਆ ਜਾਂਦਾ ਹੈ ਕਿ ਆਕਾਰ, ਸਥਾਨ ਅਤੇ ਪ੍ਰੋਬੇਬਲ ਇਫੈਕਟਸ, ਸੰਭਾਵੀ ਪ੍ਰਭਾਵਾਂ ਦੇ ਆਧਾਰ ਤੇ ਮੁਲਾਂਕਣ ਦੇ ਕਿਸ ਪੱਧਰ ਦੀ ਲੋੜ ਹੈ। ਕੀ EIA ਦੀ ਲੋੜ ਹੈ ਤੇ ਨਾਲ ਦੀ ਨਾਲ ਇਵੈਲੂਏਸ਼ਨ ਦਾ ਕਿੰਨਾ ਕੁ ਲੈਵਲ ਚਾਹੀਦਾ। ਓਕੇ ਜੀ, ਇਹ ਗੱਲ ਸਕਰੀਨਿੰਗ ਵਿੱਚ ਕੀਤੀ ਜਾਂਦੀ ਹੈ। ਓਕੇ, ਅਗਲਾ ਸਟੈਪ ਹੁੰਦਾ ਜੀ ਸਕੋਪਿੰਗ। ਇੱਕ ਵਿਆਪਕ ਮੁਲਾਂਕਣ ਨੂੰ ਯਕੀਨੀ ਬਣਾਉਣ ਲਈ ਹਿੱਸੇਦਾਰਾਂ, ਸਟੇਕ ਹੋਲਡਰਸ, ਜਿਨ੍ਹਾਂ ਦਾ ਉਹਦੇ ਵਿੱਚ ਹਿੱਤ ਜੁੜਿਆ ਆ ਉਸ ਪ੍ਰੋਜੈਕਟ ਵਿੱਚ, ਪ੍ਰਭਾਵਿਤ ਭਾਈਚਾਰੇ, ਜਿੱਦਾਂ ਮੰਨ ਲਓ ਕੋਈ ਪ੍ਰੋਜੈਕਟ ਲਾਇਆ ਤੁਸੀਂ, ਇੱਥੇ ਤੁਸੀਂ ਪ੍ਰੋਜੈਕਟ ਲਾਇਆ, ਤੁਸੀਂ ਨਾ ਇੱਕ ਮੰਨ ਲਓ ਬੰਨ ਬਣਾਉਣ ਲੱਗੇ ਆ। ਉਸ ਬੰਨ ਬਣਾਉਣ ਵਿੱਚ ਦੇਖੋ ਬਿਲਡਰਸ ਵੀ ਇਨਵੋਲਵ ਹੋਊਗੇ, ਹੈ ਨਾ। ਤੇ ਉਸ ਬੰਨ ਤੋਂ ਫਾਇਦਾ ਕਿਹਨੂੰ ਹੋਊਗਾ, ਜਿੱਥੇ ਉੱਥੋਂ ਨਹਿਰ ਕੱਢੀ ਜਾਣੀ ਆ, ਤੇ ਨਾਲ ਦੀ ਨਾਲ ਇੱਥੇ ਮੱਛੀਆਂ ਪਾਲੀਆਂ ਜਾ ਸਕਦੀਆਂ ਜੀ। ਤੇ ਹੋਰ ਵੀ ਇੱਥੇ ਮੰਨ ਲਓ ਕਿ ਇੰਪਲੋਇਮੈਂਟ ਜਨਰੇਸ਼ਨ ਹੋਏਗੀ ਤੇ ਬਿਜਲੀ ਪੈਦਾ ਹੋਏਗੀ। ਉਹਦੇ ਨਾਲ ਉਹ ਬਿਜਲੀ ਕਿਹਨੂੰ ਦਿੱਤੀ ਜਾਣੀ ਆ, ਉਹਦਾ ਕੀ ਫਾਇਦਾ ਹੋਏਗਾ। ਤੇ ਇੱਥੇ ਜਿਹੜੇ ਲੋਕ ਰਹਿੰਦੇ ਆਸ-ਪਾਸ, ਉਹਨਾਂ ਦੇ ਹਿੱਤ ਵੀ, ਇਹ ਸਾਰਿਆਂ ਦੇ ਜੋ ਵੀ ਇੰਟਰਸਟ ਆ, ਉਹਨਾਂ ਨੂੰ ਦੇਖਦੇ ਹੋਏ EIA ਵਿੱਚ ਜਾਂਚੇ ਜਾਣ ਵਾਲੇ ਮੁੱਖ ਵਾਤਾਵਰਣ ਸੰਬੰਧੀ ਮੁੱਦਿਆਂ ਦੀ ਪਛਾਣ ਕੀਤੀ ਜਾਂਦੀ ਹੈ। ਇੱਥੇ ਮੇਨ ਗੱਲ ਕੀ ਹੈ ਜੀ, ਮੁੱਦਿਆਂ ਦੀ ਪਛਾਣ ਕੀਤੀ ਜਾਂਦੀ ਹੈ ਵੀ ਹਾਂ ਵੀ ਕਿਹੜੇ ਮੇਨ ਮੁੱਦੇ ਆ ਆਪਾਂ ਜਿਹੜੇ ਦੇਖਣੇ ਆ। ਸਕਰੀਨਿੰਗ ਵਿੱਚ ਇਹ ਦੇਖਿਆ ਜਾਂਦਾ ਕੀ ਲੋੜ ਹੈ ਇਸ ਰਿਪੋਰਟ ਦੀ, ਜੇ ਹੈ ਤਾਂ ਕਿਸ ਪੱਧਰ ਦੀ ਲੋੜ ਹੈ। ਸਕੋਪਿੰਗ ਵਿੱਚ ਅਸੀਂ ਸਕੋਪ ਦੇਖਦੇ ਹਾਂ ਵੀ ਹਾਂ ਵੀ ਕਿਹੜੇ ਮੁੱਦੇ ਹੈਗੇ ਆ ਇਨਵੋਲਵਡ, ਉਹਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਓਕੇ, ਅਗਲਾ ਹੈ ਜੀ ਪ੍ਰਭਾਵ ਮੁਲਾਂਕਣ, ਇੰਪੈਕਟ ਅਸੈਸਮੈਂਟ।
ਵੀ ਕੀ ਇੰਪੈਕਟ ਹੋ ਸਕਦਾ ਆ ਇਸ ਪ੍ਰੋਜੈਕਟ ਦਾ। ਹਵਾ, ਪਾਣੀ, ਮਿੱਟੀ, ਬਾਇਓਲੋਜੀਕਲ ਡਾਇਵਰਸਿਟੀ, ਜੈਵ ਵਿਭਿੰਨਤਾ ਅਤੇ ਮਨੁੱਖੀ ਸਿਹਤ, ਇਹਨਾਂ ਸਭ 'ਤੇ ਪੋਜ਼ੀਟਿਵ ਅਤੇ ਨੈਗੇਟਿਵ, ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪ੍ਰਭਾਵਾਂ ਸਮੇਤ ਸੰਭਾਵੀ ਵਾਤਾਵਰਣ ਦੇ ਉੱਤੇ ਵੀ ਕੀ ਪ੍ਰਭਾਵ ਪਵੇਗਾ, ਇਹ ਸਭ ਦਾ ਮੁਲਾਂਕਣ ਕੀਤਾ ਜਾਂਦਾ ਹੈ ਜੀ। ਕੀ ਪ੍ਰਭਾਵ ਪਏਗਾ ਸਾਰਿਆਂ 'ਤੇ, ਇਹਦਾ ਅਸੈਸਮੈਂਟ ਕੀਤੀ ਜਾਂਦੀ ਹੈ, ਮੁਲਾਂਕਣ ਕੀਤਾ ਜਾਂਦਾ ਹੈ। ਓਕੇ, ਅਗਲਾ ਸਟੈਪ ਹੈ ਜੀ ਮਿਟੀਗੇਸ਼ਨ ਮੇਜਰਸ, ਵੀ ਜੋ ਦੁਸ਼ਪ੍ਰਭਾਵ ਹੈਗੇ ਆ ਉਹਨਾਂ ਨੂੰ ਘੱਟ ਕਰਨ ਦੇ ਉਪਾਅ ਕੀ ਹੋ ਸਕਦੇ ਆ। ਨਕਾਰਾਤਮਕ ਪ੍ਰਭਾਵਾਂ ਨੂੰ ਘਟਾਉਣ ਜਾਂ ਰੋਕਣ ਲਈ ਕਾਰਵਾਈਆਂ ਦਾ ਪ੍ਰਸਤਾਵ ਕੀਤਾ ਜਾਂਦਾ ਹੈ ਵੀ ਕੀ ਕਰਨਾ ਚਾਹੀਦਾ ਹੈ, ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਕਰਨਾ, ਨਿਵਾਸ ਸਥਾਨ ਦੀ ਬਹਾਲੀ, ਹੈਬਿਟੇਟ ਰੀਸਟੋਰੇਸ਼ਨ। ਦੇਖੋ ਜੀ ਨਾ, ਜਿੱਦਾਂ ਤੁਸੀਂ ਇੱਥੇ ਮੈਂ ਫੇਰ ਗੱਲ ਕਰਾਂਗਾ ਬੰਨ ਬਣਾਇਆ, ਉਹ ਬੰਨ ਬਣਾ ਕੇ ਜਿਹੜੇ ਤੁਸੀਂ ਇੱਥੇ ਪਹਿਲਾਂ ਲੋਕ ਰਹਿੰਦੇ ਹੋਣਗੇ ਆਸੇ ਪਾਸੇ, ਹੁਣ ਉਹਨਾਂ ਨੂੰ ਕਿਤੇ ਹੋਰ ਥਾਂ ਜਾ ਕੇ ਰੀਲੋਕੇਟ ਕਰੋ ਜੀ। ਅਤੇ ਸਰੋਤਾਂ ਦੀ ਸੰਭਾਲ ਵੀ ਕਰਨੀ ਆ ਜੀ, ਰਿਸੋਰਸਿਸ ਦੀ ਕੰਜ਼ਰਵੇਸ਼ਨ ਕਰਨੀ ਆ। ਇਹ ਸਾਰੇ ਕੀ ਆ ਜੀ, ਇਹ ਮਿਟੀਗੇਸ਼ਨ ਮੇਜਰ ਆ ਵੀ ਇਹ ਕਿੱਦਾਂ ਕਰਨੀ ਆ, ਵੀ ਆਹ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਨਕਾਰਾਤਮਕ ਪ੍ਰਭਾਵਾਂ ਨੂੰ ਘਟਾਉਣ ਜਾਂ ਰੋਕਣ ਲਈ। ਓਕੇ ਜੀ, ਅਗਲਾ ਪੁਆਇੰਟ ਹੈ ਜੀ ਪਬਲਿਕ ਪਾਰਟੀਸਪੇਸ਼ਨ। ਜਦੋਂ ਗੱਲਬਾਤ ਇੱਥੇ ਤੱਕ ਪਹੁੰਚ ਗਈ, ਫਿਰ ਜਨਤਾ ਨੂੰ ਵੀ ਬੁਲਾਇਆ ਜਾਂਦਾ ਵੀ ਤੁਸੀਂ ਦੱਸੋ, ਕਿਹੜੀ ਜਨਤਾ, ਜਿਹੜੀ ਉੱਥੇ ਆਸ-ਪਾਸ ਰਹਿੰਦੀ ਆ, ਵੀ ਤੁਹਾਡੀ ਕੀ ਸਮੱਸਿਆਵਾਂ ਆ ਇਸ ਪ੍ਰੋਜੈਕਟ ਨਾਲ ਸੰਬੰਧਿਤ। ਜਨਤਾ ਅਤੇ ਨਾਲ ਹੀ ਸੰਬੰਧਿਤ ਹਿੱਸੇਦਾਰ ਸਟੇਕ ਹੋਲਡਰਸ ਨਾਲ ਉਹਨਾਂ ਦੀਆਂ ਚਿੰਤਾਵਾਂ ਨੂੰ ਦਰਜ ਕਰਨਾ, ਕੀ ਉਹਨਾਂ ਦੀਆਂ ਚਿੰਤਾਵਾਂ ਆ ਜੀ, ਕੰਸਰਨਸ ਆ, ਉਹਨਾਂ ਦੇ ਇਤਰਾਜ਼ਾਂ ਨੂੰ ਹੱਲ ਕਰਨ ਅਤੇ ਮੁਲਾਂਕਣ ਵਿੱਚ ਸਥਾਨਕ ਗਿਆਨ ਨੂੰ ਸ਼ਾਮਿਲ ਕਰਨ ਲਈ ਸਲਾਹ ਮਸ਼ਵਰਾ ਕਰਨਾ ਸ਼ਾਮਿਲ ਹੈ ਵੀ ਭਾਈ ਕੀ ਤੁਹਾਡੀ ਪ੍ਰੋਬਲਮਸ ਆ ਅਤੇ ਤੁਸੀਂ ਕੀ ਹੱਲ ਦੱਸਦੇ ਆ। ਲੋਕਲ ਲੋਕਾਂ ਤੋਂ ਵੀ ਗਿਆਨ ਲਿਆ ਜਾਂਦਾ। ਇਹ ਵੀ ਇੰਪੋਰਟੈਂਟ ਆ ਜੀ, ਤੁਸੀਂ ਅਫਸਰ ਬਣਨਾ ਅਤੇ ਇਹ ਗੱਲ ਧਿਆਨ 'ਚ ਰੱਖਿਓ ਵੀ ਉੱਥੋਂ ਦਾ ਜਿਹੜਾ ਲੋਕਲ ਬੰਦਿਆਂ ਨੂੰ ਜੋ ਗਿਆਨ ਆ ਨਾ, ਉਹਨੂੰ ਵੀ ਤੁਸੀਂ ਰਿਕਾਰਡ ਕਰਨਾ ਆ, ਉਹਨੂੰ ਵੀ ਧਿਆਨ ਵਿੱਚ ਰੱਖਣਾ ਹੁੰਦਾ ਆ। ਕਈ ਵਾਰ ਕਈ ਸਮੱਸਿਆ ਨਾਲ ਸੰਬੰਧਿਤ ਆਪਣਾ ਹੀ ਤੁਸੀਂ ਕਹੋ ਕਿ ਅਸੀਂ ਤਾਂ ਇੱਥੇ ਪੜ੍ਹਿਆ ਆ, ਇਹੀ ਲਾਗੂ ਕਰਨਾ, ਇੱਦਾਂ ਨਹੀਂ ਹੁੰਦਾ। ਜੋ ਉੱਥੋਂ ਦੇ ਲੋਕਲ ਆ ਨਾ, ਉਹਨਾਂ ਦਾ ਗਿਆਨ ਵੀ ਰਿਕਾਰਡ ਕਰਨਾ ਆ ਵੀ ਉਹ ਕੀ ਹੱਲ ਸੁਝਾਉਂਦੇ ਆ। ਓਕੇ, ਪਬਲਿਕ ਪਾਰਟੀਸਪੇਸ਼ਨ ਹੋ ਗਈ ਜੀ। ਅੱਗੇ ਆ ਜੀ, ਹੁਣ ਸਾਰੀਆਂ ਗੱਲਾਂ ਤੋਂ ਬਾਅਦ ਇੱਕ ਮੈਨੇਜਮੈਂਟ ਪਲਾਨ ਬਣਾ ਦਿੱਤਾ ਜਾਂਦਾ, ਐਨਵਾਇਰਨਮੈਂਟਲ ਮੈਨੇਜਮੈਂਟ ਪਲਾਨ ਬਣਾ ਦਿੱਤਾ ਜਾਂਦਾ ਜੀ। ਇਹ ਇੱਕ ਯੋਜਨਾ ਹੈ ਜਿਸ ਵਿੱਚ ਦੱਸਿਆ ਗਿਆ ਹੁੰਦਾ ਹੈ ਕਿ ਕਿਵੇਂ ਵਾਤਾਵਰਣ 'ਤੇ ਹੋਣ ਵਾਲੇ ਪ੍ਰਭਾਵਾਂ ਨੂੰ ਘਟਾਉਣ ਦੇ ਉਪਾਅ ਕਰਨੇ ਆ ਜੀ। ਪੂਰੇ ਪ੍ਰੋਜੈਕਟ ਵਿੱਚ ਉਹ ਕਿਵੇਂ ਲਾਗੂ ਕੀਤੇ ਜਾਣਗੇ ਅਤੇ ਕਿਵੇਂ ਨਿਗਰਾਨੀ ਕੀਤੀ ਜਾਵੇਗੀ। ਇੱਕ ਪ੍ਰੋਪਰ ਪਲਾਨ ਬਣਾਤਾ ਜੀ ਵੀ ਐਨਵਾਇਰਨਮੈਂਟਲ ਇੰਪੈਕਟ ਨੂੰ ਘਟਾਉਣ ਲਈ ਕਿਹੜੇ ਉਪਾਅ ਆ, ਉਹਨੂੰ ਕਿਸ ਤਰ੍ਹਾਂ ਲਾਗੂ ਕਰਨਾ ਆ, ਤਾਂ ਲਾਗੂ ਕਰਨ ਤੋਂ ਬਾਅਦ ਕਿਵੇਂ ਉਹਦੀ ਨਿਗਰਾਨੀ ਕਰਨੀ ਆ, ਇੱਕ ਪਲਾਨ ਬਣਾਤਾ ਜੀ। ਓਕੇ ਜੀ, ਅੱਗੇ ਆ ਜੀ ਪਲਾਨ ਬਣ ਗਿਆ, ਹੁਣ ਇਸ ਪਲਾਨ ਦੀ ਸਮੀਖਿਆ ਕਰਨੀ ਆ ਜੀ, ਰਿਵਿਊ ਕਰਨਾ ਆ, ਰਿਵਿਊ ਕਰਕੇ ਫਾਈਨਲ ਡਿਸੀਜ਼ਨ ਲੈਣਾ ਆ, ਇੱਕ ਡਿਸੀਜ਼ਨ ਲੈਣਾ ਆ, ਰਿਵਿਊ ਐਂਡ ਡਿਸੀਜ਼ਨ ਮੇਕਿੰਗ। ਜੋ ਮੁਲਾਂਕਣ ਕੀਤਾ ਉਹਦੀ ਸਮੀਖਿਆ ਕੀਤੀ ਜਾਂਦੀ ਹੈ ਜੀ। ਕੌਣ ਕਰਦਾ? ਸੰਬੰਧਿਤ ਅਥਾਰਟੀਆਂ ਦੁਆਰਾ। ਜੋ ਅਥਾਰਟੀ ਆ ਲੀਗਲੀ ਜਿਨ੍ਹਾਂ ਕੋਲ ਪਾਵਰ ਹੁੰਦੀ ਹੈ ਰਿਵਿਊ ਕਰਨ ਦੀ, ਉਹ ਹੁਣ ਅਫਸਰ ਵਗੈਰਾ ਇਸ ਨੂੰ ਰਿਵਿਊ ਕਰਦੇ ਆ, ਸਮੀਖਿਆ ਕਰਦੇ ਆ, ਜੋ ਫਿਰ ਇਸ ਦੀ ਵਾਤਾਵਰਣ ਉੱਤੇ ਪ੍ਰਭਾਵ ਦੇ ਅਸਰ 'ਤੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਸਕਦੇ ਹਨ। ਉਹ ਫਿਰ ਆਪਣਾ ਹੁਣ ਸੋਚ ਲਾਉਂਦੇ ਆ ਵੀ ਆਹ ਨੁਕਸਾਨ ਆ ਜੀ ਇਸ ਪ੍ਰੋਜੈਕਟ ਦੇ, ਹੁਣ ਉਸ ਹਿਸਾਬ ਨਾਲ ਕੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣੀ ਆ, ਮਨਜ਼ੂਰੀ ਦੇ ਸਕਦੇ ਆ, ਪ੍ਰੋਜੈਕਟ ਦੇ ਵਿੱਚ ਸੋਧ ਕਰ ਸਕਦੇ ਆ, ਜਾਂ ਸਿੰਪਲੀ ਪ੍ਰੋਜੈਕਟ ਨੂੰ ਕਰ ਸਕਦੇ ਆ, ਰਿਜੈਕਟ ਕਰ ਸਕਦੇ ਆ, ਅਸਵੀਕਾਰ ਕਰ ਸਕਦੇ ਆ। ਰਿਪੋਰਟ ਦੇ ਹਿਸਾਬ ਨਾਲ ਪ੍ਰਭਾਵ ਇਸ ਦੇ ਜੋ ਵੀ ਉਸ ਪ੍ਰੋਜੈਕਟ ਦੇ ਵਾਤਾਵਰਣ ਦੇ ਉੱਤੇ ਪ੍ਰਭਾਵ ਆ, ਉਸ ਦੇ ਆਧਾਰ 'ਤੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਸਕਦੇ ਆ, ਉਸ ਦੇ ਵਿੱਚ ਸੋਧ ਕਰ ਸਕਦੇ ਆ, ਰਿਫਾਰਮ ਕਰ ਸਕਦੇ ਆ, ਤਬਦੀਲੀ ਕਰ ਸਕਦੇ ਆ, ਜਾਂ ਉਸ ਨੂੰ ਰਿਜੈਕਟ ਕਰ ਸਕਦੇ ਆ ਵੀ ਨਹੀਂ, ਇਹ ਪ੍ਰੋਜੈਕਟ ਨਹੀਂ ਲੈ ਕੇ ਆਉਣਾ, ਅਸਵੀਕਾਰ ਕਰ ਸਕਦੇ ਹਨ। ਅੱਗੇ ਆ ਜੀ, ਹੁਣ ਜਦੋਂ ਪ੍ਰੋਜੈਕਟ ਲਾਗੂ ਹੋ ਗਿਆ ਤਾਂ ਫਿਰ ਉਹਦੀ ਮੋਨੀਟਰਿੰਗ ਕਰੋ, ਤਾਂ ਇਹ ਤੈਅ ਕਰੋ ਕਿ ਜੋ ਨਿਯਮ ਕਾਨੂੰਨ ਹੈਗੇ ਆ ਉਸ ਹਿਸਾਬ ਨਾਲ ਹੀ ਇਹ ਪ੍ਰੋਜੈਕਟ ਚੱਲਦਾ ਪਿਆ। ਨਿਗਰਾਨੀ ਅਤੇ ਪਾਲਣਾ, ਮੋਨੀਟਰਿੰਗ ਐਂਡ ਕੰਪਲਾਇੰਸ। ਨਿਰੰਤਰ ਨਿਗਰਾਨੀ ਇਹ ਯਕੀਨੀ ਬਣਾਉਂਦੀ ਹੈ ਕਿ ਪ੍ਰੋਜੈਕਟ ਆਪਣੇ ਜੀਵਨ ਕਾਲ ਦੌਰਾਨ
ਵਾਤਾਵਰਣ ਦੇ ਮਾਪਦੰਡਾਂ ਅਤੇ ਯੋਜਨਾ ਦੀ ਪਾਲਣਾ ਕਰਦਾ ਹੈ। ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਪ੍ਰੋਜੈਕਟ ਚੱਲਦਾ ਪਿਆ ਜੀ। ਮੋਨੀਟਰਿੰਗ ਕਰਨੀ, ਜਿੱਦਾਂ ਮੰਨ ਲਓ ਕਿ ਹੁਣ ਇਹ ਥੋੜ੍ਹੀ ਵੀ ਪ੍ਰੋਜੈਕਟ ਨੂੰ ਓਕੇ ਕਹਿਤਾ ਤਾਂ ਪ੍ਰੋਜੈਕਟ ਕਿੱਦਾਂ ਮਰਜ਼ੀ ਚੱਲੀ ਜਾਵੇ, ਧਿਆਨ ਦੇਣਾ ਪੈਂਦਾ ਆ ਕਿ ਕਾਨੂੰਨ ਦੇ ਹਿਸਾਬ ਨਾਲ, ਰੂਲਸ ਦੇ ਹਿਸਾਬ ਨਾਲ, ਮਾਪਦੰਡਾਂ ਦੇ ਹਿਸਾਬ ਨਾਲ, ਸਟੈਂਡਰਡਸ ਦੇ ਹਿਸਾਬ ਨਾਲ, ਪਲੈਨਿੰਗ ਦੇ ਹਿਸਾਬ ਨਾਲ ਪ੍ਰੋਜੈਕਟ ਚੱਲਦਾ ਪਿਆ ਆ। ਇਹ ਸਭ ਦੀ ਮੋਨੀਟਰਿੰਗ ਕਰਨੀ ਤੇ ਕੰਪਲਾਇੰਸ ਬਣਾਉਣਾ ਜੀ, ਇਸ ਦੀ ਪਾਲਣਾ ਕਰਵਾਉਣੀ। ਓਕੇ ਜੀ, ਇਹ ਸਟੈਪ ਤੁਸੀਂ ਪੜ੍ਹ ਲੈਣੇ ਆ। ਅੱਗੇ ਹੈ ਜੀ ਇਸ EIA ਦੇ ਲਾਭ ਕੀ ਹੈ ਜੀ, ਲਾਭ ਪੜ੍ਹ ਲੈਂਦੇ ਆ। ਹੁਣ ਤੁਸੀਂ ਨਾ ਜਦੋਂ ਰਿਵਾਈਜ਼ ਕਰਨਾ ਆ, ਰਿਵਾਈਜ਼ ਵਿੱਚ ਆ ਜਿਹੜੇ ਮੇਨ ਹੈਡਿੰਗ ਹੁੰਦੇ ਨਾ, ਇਹਨਾਂ ਨੂੰ ਬਾਰ-ਬਾਰ ਪੜ੍ਹਨਾ ਹੁੰਦਾ। ਦੇਖੋ ਜੀ, ਲਾਭ ਪੜ੍ਹ ਲੈਂਦੇ ਆ। ਪਹਿਲੀ ਗੱਲ ਹੈ ਜੀ ਵਾਤਾਵਰਣ ਸੁਰੱਖਿਆ, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਹੁੰਦੀ ਹੈ। ਜਿਹੜੀ ਸਾਡੀ ਵਾਤਾਵਰਣ ਪ੍ਰਣਾਲੀਆਂ, ਇਕੋਸਿਸਟਮ ਆ, ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਹੈ ਜੀ, ਜਾਂ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਸਾਨੂੰ ਪਤਾ ਲੱਗ ਜਾਂਦਾ ਕਿ ਐਨਵਾਇਰਨਮੈਂਟ ਉੱਤੇ ਆਹ ਨੁਕਸਾਨ ਆ ਅਤੇ ਇਹਨੂੰ ਕਿੱਦਾਂ ਘਟਾਉਣਾ। ਠੀਕ ਹੈ ਜੀ। ਪ੍ਰਦੂਸ਼ਣ ਨੂੰ ਘਟਾਉਂਦਾ ਹੈ ਅਤੇ ਸਸਟੇਨੇਬਲ ਪ੍ਰੈਕਟਿਸਸ ਨੂੰ ਉਤਸ਼ਾਹਿਤ ਕਰਦਾ ਹੈ। ਸਸਟੇਨੇਬਲ ਪ੍ਰੈਕਟਿਸਸ ਕੀ ਹੁੰਦੀਆਂ? ਇਹ ਸ਼ਬਦ ਇੰਪੋਰਟੈਂਟ ਆ। ਸਸਟੇਨੇਬਲ ਦਾ ਮਤਲਬ ਆ ਕਿ ਅਸੀਂ ਜਿੱਦਾਂ ਮੰਨ ਲਓ ਕਿ ਇਹ ਕੋਈ ਪ੍ਰੋਜੈਕਟ ਲਾਇਆ, ਉਹ ਪ੍ਰੋਜੈਕਟ ਨੇ ਪੋਲਿਊਸ਼ਨ ਕੀਤਾ, ਪਰ ਕੁਦਰਤ ਨੇ ਉਹ ਪੋਲਿਊਸ਼ਨ ਨੂੰ ਜਲਦੀ ਹੀ ਰਿਕਵਰ ਕਰ ਲਿਆ। ਇਹਨੂੰ ਕਹਿੰਦੇ ਸਸਟੇਨੇਬਲ। ਵੀ ਆਪਾਂ ਇੰਨਾ ਪ੍ਰਦੂਸ਼ਣ ਨਹੀਂ ਕਰਤਾ ਕਿ ਉਹਨੂੰ ਹਟਾਉਣਾ ਹੀ ਮੁਸ਼ਕਿਲ ਹੋ ਜਾਏ। ਜਾਂ ਦੂਜੇ ਸ਼ਬਦਾਂ 'ਚ ਕਹੀਏ ਕਿ ਅੱਜ ਦੀ ਜਨਰੇਸ਼ਨ ਇੰਨਾ ਨੁਕਸਾਨ ਨਾ ਪਹੁੰਚਾਏ ਵਾਤਾਵਰਨ ਨੂੰ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਨੁਕਸਾਨ ਸਹਿਣਾ ਪਵੇ। ਵੀ ਡਿਵੈਲਪਮੈਂਟ ਇੱਦਾਂ ਦੀ ਹੋਵੇ, ਸਸਟੇਨੇਬਲ ਡਿਵੈਲਪਮੈਂਟ ਦਾ ਮਤਲਬ ਡਿਵੈਲਪਮੈਂਟ ਇੱਦਾਂ ਦੀ ਹੋਵੇ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਫਾਇਦਾ ਕਰੇ। ਐਨੀਹੋ, ਇਸ ਗੱਲ ਨੂੰ ਅਸੀਂ ਬਾਅਦ ਵਿੱਚ ਪੜ੍ਹਾਂਗੇ। ਇੱਥੇ ਤੁਸੀਂ ਇਹੀ ਮਤਲਬ ਰੱਖੋ ਵੀ ਵਾਤਾਵਰਨ 'ਤੇ ਨੁਕਸਾਨ ਬਹੁਤਾ ਨਾ ਹੋਵੇ। ਓਕੇ। ਅੱਗੇ ਹੈ ਜੀ ਜੋ ਡਿਸੀਜ਼ਨ ਲਏ ਆ ਉਹ ਅਸੀਂ ਇਨਫੋਰਮਡ ਲਏ ਆ। ਸੂਚਿਤ ਭਰਪੂਰ ਫੈਸਲਾ ਜਾਂ ਜਾਣਕਾਰੀ ਭਰਪੂਰ ਫੈਸਲਾ ਲਿਆ। ਇੱਦਾਂ ਨਹੀਂ ਕਿ ਇੱਕ ਕਮਰੇ 'ਚ ਬੈਠੇ ਮੀਟਿੰਗ ਹੋਈ ਅਤੇ ਫੈਸਲਾ ਲੈ ਲਿਆ। ਪ੍ਰੋਪਰ ਰਿਪੋਰਟ ਦੇ ਆਧਾਰ 'ਤੇ, ਪ੍ਰੋਪਰ ਫੀਡਬੈਕ ਦੇ ਆਧਾਰ 'ਤੇ, ਪ੍ਰੋਪਰ ਲੋਕਲ ਜਨਤਾ ਨਾਲ ਗੱਲਾਂ ਬਾਤਾਂ ਦੇ ਆਧਾਰ 'ਤੇ ਹੀ ਫੈਸਲਾ ਲਿਆ ਆ। ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਜਾਂ ਸੋਧਣ ਲਈ ਅਧਿਕਾਰੀਆਂ ਨੂੰ ਵਿਸਤ੍ਰਿਤ ਡੇਟਾ ਪ੍ਰਦਾਨ ਕਰਦਾ ਹੈ। ਜਦੋਂ ਇੰਪੈਕਟ ਅਸੈਸਮੈਂਟ ਰਿਪੋਰਟ ਆਉਂਦੀ ਆ ਤਾਂ ਅਧਿਕਾਰੀ ਉਸ ਰਿਪੋਰਟ ਨੂੰ ਅਨੈਲਿਸਿਸ ਕਰਦੇ ਆ ਅਤੇ ਇਸ ਰਿਪੋਰਟ ਵਿੱਚ ਕਾਫੀ ਡਿਟੇਲਡ ਡਾਟਾ ਹੁੰਦਾ ਹੈ ਜੀ। ਇਹ ਇੰਪੋਰਟੈਂਟ ਗੱਲ ਹੋ ਗਈ। ਅੱਗੇ ਦੇਖੋ ਜੀ, ਰਿਸਕ ਰਿਡਕਸ਼ਨ, ਜੋਖਮ ਨੂੰ ਘਟਾਉਣਾ, ਸੰਭਾਵੀ ਸਮੱਸਿਆਵਾਂ ਦੀ ਛੇਤੀ ਪਛਾਣ ਕਰਦਾ ਹੈ ਵੀ ਕਿਹੜੀ ਸਮੱਸਿਆ ਹੋ ਸਕਦੀ ਹੈ। ਪ੍ਰੋਜੈਕਟ ਦੇ ਵਿਕਾਸ ਦੌਰਾਨ ਜਾਂ ਬਾਅਦ ਵਿੱਚ ਪੈਦਾ ਹੋਣ ਵਾਲੇ ਦੁਸ਼ਪ੍ਰਭਾਵਾਂ ਤੋਂ ਬਚਾਉਂਦਾ ਹੈ। ਅਸੀਂ ਪਹਿਲਾਂ ਹੀ ਪਲੈਨਿੰਗ ਕਰਕੇ ਰੱਖ ਲੈਂਦੇ ਹਾਂ ਅਤੇ ਰਿਸਕ ਨੂੰ ਰਿਡਿਊਸ ਕਰ ਦਿੰਦੇ ਹਾਂ। ਪਬਲਿਕ ਪਾਰਟੀਸਪੇਸ਼ਨ ਹੁੰਦੀ ਹੈ ਜੀ, ਜਨਤਕ ਸ਼ਮੂਲੀਅਤ ਹੁੰਦੀ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਪ੍ਰੋਜੈਕਟਾਂ ਵਿੱਚ ਉਹਨਾਂ ਭਾਈਚਾਰਿਆਂ ਦੀ ਆਵਾਜ਼ ਵੀ ਹੈ ਜਿਨ੍ਹਾਂ ਦੇ ਵਾਤਾਵਰਣ ਅਤੇ ਸਿਹਤ ਨੂੰ ਇਹ ਪ੍ਰੋਜੈਕਟ ਪ੍ਰਭਾਵਿਤ ਕਰ ਸਕਦਾ ਹੈ। ਜਿਹੜੇ ਉੱਥੋਂ ਦੇ ਲੋਕ ਆ ਜਿਨ੍ਹਾਂ ਨੂੰ ਪ੍ਰੋਜੈਕਟ ਪ੍ਰਭਾਵਿਤ ਕਰਦਾ ਆ ਅਤੇ ਉਹਨਾਂ ਦੀ ਆਵਾਜ਼ ਵੀ ਆ ਜਾਂਦੀ ਹੈ ਜੀ। ਉਹ ਵੀ ਆਪਣੀ ਗੱਲ ਕਹਿੰਦੇ ਆ, ਉਹ ਵੀ ਆਪਣਾ ਗਿਆਨ ਵੀ ਦੱਸਦੇ ਆ। ਓਕੇ ਜੀ, ਇਹ ਕੁਝ ਗੱਲਾਂ ਆ, ਤੁਸੀਂ ਪੜ੍ਹ ਲੈਣੀਆਂ। ਥੋੜ੍ਹਾ ਮੈਟਰ ਰਹਿ ਗਿਆ ਜੀ ਵੀ ਜੋ ਅਸੀਂ ਆਪਣੇ ਭਾਰਤ ਦੇਸ਼ ਵਿੱਚ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਵਿੱਚ ਸ਼ੋਧ ਲੈ ਕੇ ਆਏ ਹਾਂ, ਉਹ ਕੀ ਹੈ ਜੀ। ਮੀਨਸ ਪਰਸਪੈਕਟਿਵ ਲਈ ਜ਼ਿਆਦਾ ਇੰਪੋਰਟੈਂਟ ਆ। ਉਹ ਆਪਾਂ ਨੈਕਸਟ ਕਲਾਸ ਵਿੱਚ ਕਰਦੇ ਹਾਂ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।